तो ਜਿਹੜਾ ਸਾਡਾ ਬੇਟਾ ਟੌਪਿਕ ਅਸੀਂ ਕੱਲ ਕੰਪਲੀਟ ਕਰ ਰਹੇ ਸੀਗੇ ਉਹ ਹੈ ਫ੍ਰੈਂਚ ਰੈਵੋਲੂਸ਼ਨ ਔਰ ਉਹਦੇ ਅਸੀਂ ਇਵੈਂਟਸ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਸੀ। ਔਰ ਉਹਦੇ 'ਚ ਅਸੀਂ ਦੇਖਿਆ ਕਿ ਜਦੋਂ ਸਟੇਟਸ ਜਨਰਲ ਦਾ ਸਮਾਗਮ ਬੁਲਾ ਲਿਆ ਗਿਆ ਤਾਂ ਉੱਧਰੋਂ ਦੀ ਨੈਕਰ ਨੂੰ ਹਟਾ ਦਿੱਤਾ ਗਿਆ, ਰਾਜੇ ਨੇ ਫੌਜ ਨੂੰ ਬੁਲਾ ਲਿਆ ਔਰ ਫੌਜ ਨੂੰ ਬਣਾਉਣ ਤੋਂ ਬਾਅਦ ਵੀ ਜਿਹੜਾ ਰਾਜਾ ਸੀਗਾ ਉਹ ਬੇਟਾ ਕੰਟਰੋਲ ਨਹੀਂ ਕਰ ਸਕਿਆ। ਔਰ ਜਦੋਂ ਭੀੜ ਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਹਥਿਆਰ ਅਸੀਂ ਪੜ੍ਹਿਆ ਹੈ ਕਿ ਬਾਸਟਿਲ ਦੀ ਜੇਲ੍ਹ ਦੇ ਵਿੱਚ ਜਮ੍ਹਾਂ ਨੇ, ਤਾਂ ਲੋਕ ਜਿਹੜੇ ਬਾਸਟਿਲ ਦੀ ਜੇਲ੍ਹ ਵੱਲ ਤੁਰ ਪਏ ਔਰ ਪੂਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਬੇਟਾ ਕਿ ਉਸ ਦੇ ਨਾਲ ਕ੍ਰਾਂਤੀ ਦਾ ਮਾਹੌਲ ਬਣ ਗਿਆ। ਔਰ ਇਹ ਤਰੀਕ ਜਿਹੜੀ ਹੈ ਬੇਟਾ ਯਾਦ ਰੱਖਣੀ ਹੈ, 14 ਜੁਲਾਈ 1799 ਈਸਵੀ ਨੂੰ 1789 ਨੂੰ ਬਾਸਟਿਲ ਦੀ ਜੇਲ੍ਹ ਦੇ ਉੱਤੇ ਜਿਹੜਾ ਹੈਗਾ ਉੱਥੋਂ ਦੇ ਫਰਾਂਸ ਦੀ ਜਨਤਾ ਨੇ ਕਬਜ਼ਾ ਕਰ ਲਿਆ। ਉਦੋਂ ਇੱਕ ਹੋਰ ਵੀ ਇੰਸੀਡੈਂਟ ਬੜਾ ਫੇਮਸ ਹੋਇਆ ਸੀਗਾ, ਸ਼ਾਇਦ ਆਪਾਂ ਕੱਲ੍ਹ ਉਹਦੇ ਚਰਚਾ ਥੋੜ੍ਹੀ ਜਿਹੀ ਡਿਸਕਸ ਕਰਨੇ ਭੁੱਲ ਗਏ ਵੀ ਹਾਲਾਤ ਕਿੰਨੇ ਖਰਾਬ ਸੀ। ਉਹਦੇ ਸੰਬੰਧ 'ਚ ਇੱਕ ਗੱਲ ਚੱਲਦੀ ਹੈ ਕਿ ਜਦੋਂ ਸਾਰੇ ਲੋਕ ਇਕੱਠੇ ਹੋ ਕੇ ਮਹਿਲ ਵਾਲੇ ਪਾਸੇ ਗਏ ਤਾਂ ਕਹਿੰਦੇ ਮਾਰੀ ਅੰਤਨੇਤ ਨੇ ਪੁੱਛਿਆ ਵੀ ਇੱਥੇ ਕੀ ਕਰਨ ਆਇਆ, ਤਾਂ ਉਹ ਕਹਿੰਦੇ ਵੀ ਇਹ ਰੋਟੀ ਮੰਗਣ ਆਇਆ, ਜਿਹਨਾਂ ਕੋਲ ਰੋਟੀ ਨਹੀਂ ਹੈ। ਔਰ ਮੈਰੀ ਅੰਤਨੇਤ ਯਾਨੀ ਕਿਹਾ ਜਾਂਦਾ ਵੀ ਇੰਨਾ ਜ਼ਿਆਦਾ ਅਣਜਾਣ ਸੀ ਲੋਕਾਂ ਦੀਆਂ ਮੁਸੀਬਤਾਂ ਔਰ ਤਕਲੀਫਾਂ ਦੇ ਬਾਰੇ, ਕਹਿੰਦੀ ਜੇ ਰੋਟੀ ਨਹੀਂ ਹੈ ਤਾਂ ਡਬਲ ਰੋਟੀ ਖਾ ਲੈਣ, ਵਾਟਸ ਅ ਪ੍ਰੋਬਲਮ। तो यानी ਇੰਨੀ ਇਨਸੈਂਸਿਟੀਵਿਟੀ ਜਿਹੜੀ ਹੈ ਉਸ ਵੇਲੇ ਉਹਨਾਂ ਹੁਕਮਰਾਨਾਂ ਦੇ ਮਨ ਦੇ ਵਿੱਚ ਆਈ ਹੋਈ ਸੀ। तो इस करके ਇਹਦੇ ਦੋ ਤਿੰਨ ਮਹੱਤਵ ਬੜੇ ਕਲੀਅਰ ਹੋਏ 14 ਜੁਲਾਈ 1799 ਈਸਵੀ ਦੀ ਇਸ ਬਾਸਟਿਲ ਦੀ ਜੇਲ੍ਹ ਦੇ ਪਤਨ ਨੇ। ਇੱਕ ਤਾਂ ਨੇ ਇਹ ਸਾਬਿਤ ਕਰ ਦਿੱਤਾ ਕਿ ਜਿਹੜੀ ਰਾਸ਼ਟਰੀ ਸਭਾ ਹੈ ਦੈਟ ਇਜ਼ ਸੁਪਰੀਮ, ਕਿਉਂਕਿ ਲੋਕ ਹੁਣ ਉਸ ਦੀ ਗੱਲ ਜਿਹੜੇ ਸੀਗੇ ਉਹ ਸੁਣਨ ਲੱਗ ਗਏ ਔਰ ਇਹਦਾ ਪ੍ਰਭਾਵ ਔਰ ਇਹਦਾ ਪ੍ਰੈਸ਼ਰ ਇੰਨਾ ਪਿਆ ਕਿ ਰਾਜੇ ਨੂੰ ਦੁਬਾਰਾ ਤੋਂ ਨੈਕਰ ਨੂੰ ਵਿੱਤ ਮੰਤਰੀ ਦੀ ਪਦਵੀ ਸੌਂਪਣੀ ਪਈ। ਔਰ ਰਾਸ਼ਟਰੀ ਸਭਾ ਦਾ ਜਿਹੜਾ ਝੰਡਾ ਸੀ ਉਹ ਵੀ ਤਿਰੰਗਾ ਝੰਡਾ ਸੀਗਾ, ਉਹਦੇ ਡਿਫਰੈਂਟ ਕਲਰ ਸੀਗੇ, ਲੇਕਿਨ ਉਸ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਸ਼ਾਹੀ ਫੌਜ ਜਿਹੜੀ ਉਸਨੇ ਇਹਨਾਂ ਨੂੰ ਕੁਚਲਣ ਦੇ ਲਈ ਲਗਾਈ ਸੀਗੀ ਉਸ ਨੂੰ ਵਾਪਸ ਬੁਲਾ ਲਿਆ ਗਿਆ। ਤੋ ਇਸ ਤਰੀਕੇ ਦੇ ਨਾਲ ਬੇਟਾ ਇੱਕ ਵਾਅਦਾ ਕੀਤਾ ਗਿਆ ਪੈਰਿਸ ਦੇ ਲੋਕਾਂ ਨੂੰ। ਅਜੇ ਵੀ ਬਾਦਸ਼ਾਹ ਵੱਲੋਂ ਕਿਉਂਕਿ ਖਤਰਾ ਸੀਗਾ ਤੇ ਉਹਨਾਂ ਨੇ ਆਪਣੀ ਰੱਖਿਆ ਲਈ ਫਰਾਂਸ ਦੇ ਵਿੱਚ ਸ਼ਾਂਤੀ ਵਿਵਸਥਾ ਬਣਾਏ ਰੱਖਣ ਦੇ ਲਈ ਇੱਕ ਫੌਜ ਤਿਆਰ ਕੀਤੀ ਵੀ ਕਿਤੇ ਰਾਜੇ ਦੀ ਫੌਜ ਫਿਰ ਸਾਨੂੰ ਕੁਚਲਣ ਦੀਆਂ ਗੱਲਾਂ ਨਾ ਕਰੇ। तो उस फौज ਨੂੰ उस आर्मी ਨੂੰ नाम दिता गया बेटा नैशनल आर्मी, राष्ट्रीय सेना का नाम दिता गया। और उस तो बाद उन्होंने की किया क्योंकि ਜਿਹੜੇ ਕੁਲੀਨ ਸੀ और ਉੱਚ वर्ग के लोग सी राजे ਦੇ ਨਾਲ मिल के आम लोगों के हितों ਨੂੰ ਦਬਾਉਂਦੇ ਸੀਗੇ, किसानों के हितों ਨੂੰ ਸਮੰਤ ਤੇ ਜਿਹੜੇ ਜ਼ਗੀਰਦਾਰ ਸੀਗੇ ਉਹ ਦਬਾਉਂਦੇ ਸੀਗੇ। ਇਸ ਕਰਕੇ ਇਸ ਕ੍ਰਾਂਤੀ ਦੇ ਨਾਲ ਲੋਕਾਂ 'ਚ ਉਤਸ਼ਾਹ ਇੰਨਾ ਵੱਧ ਗਿਆ ਕਿ ਬਹੁਤ ਸਾਰੀਆਂ ਥਾਵਾਂ ਤੇ ਕਿਸਾਨਾਂ ਨੇ ਸਮੰਤਾਂ ਅਤੇ ਜ਼ਗੀਰਦਾਰਾਂ ਦੇ ਵਿਰੁੱਧ ਵਿਦਰੋਹ ਕਰ ਦਿੱਤੇ ਔਰ ਬਹੁਤ ਸਾਰੀਆਂ ਥਾਵਾਂ ਤੇ ਤਾਂ ਈਵਨ ਸਮੰਤ ਔਰ ਜ਼ਮੀਨਦਾਰਾਂ ਨੂੰ ਕਤਲ ਵੀ ਕੀਤਾ ਗਿਆ, ਉਹਨਾਂ ਦਾ ਮਰਡਰ ਵੀ ਕੀਤਾ ਗਿਆ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਬਿਲਡਿੰਗਸ ਨੂੰ ਅੱਗ ਵੀ ਲਗਾਈ ਗਈ। ਯਾਨੀ ਜੋ ਦੰਗਾ ਫਸਾਦ ਉਸ ਵੇਲੇ ਆਮ ਤੌਰ ਦੇ ਉੱਤੇ ਹੋ ਜਾਂਦਾ ਹੈ ਇਹਨਾਂ ਹਾਲਾਤਾਂ ਦੇ ਅੰਦਰ, ਉਹ ਹਿੰਸਾਤਮਕ ਘਟਨਾਵਾਂ ਦੀਆਂ ਖਬਰਾਂ ਲਗਭਗ ਪੂਰੇ ਫਰਾਂਸ ਦੇ ਵਿੱਚ ਮਿਲੀਆਂ। ਔਰ 4 ਅਗਸਤ 1799 ਈਸਵੀ 4 ਅਗਸਤ 1789 ਉਹਨੇ ਜਿਹੜੇ ਕੁਲੀਨ ਵਰਗ ਸੀ ਉਹਨਾਂ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ ਆਪਣੇ ਜਿਹੜੇ ਖਾਸ ਅਧਿਕਾਰ ਨੇ ਉਹਨਾਂ ਨੂੰ ਤਿਆਗਣ ਨੂੰ ਤਿਆਰ ਹਾਂ ਤੇ ਰਾਸ਼ਟਰੀ ਸਭਾ ਨੇ ਸਮੰਤ ਪ੍ਰਥਾ ਉੱਤੇ ਉੱਚ ਵਰਗ ਦੇ ਵਿਸ਼ੇਸ਼ ਅਧਿਕਾਰਾਂ ਨੂੰ ਖਤਮ ਕਰ ਦਿੱਤਾ। तो 14 जुलाई तो शुरू होंदे अजे एक महीना भी नहीं सी बीतिया तो ये सारिया चीज़ां हो गई। और जोड़े कुलीना ने बहुत ज़्यादा कह लो भी जुल्म किया होया सीगा, उन्होंने खिलाफ जोड़े विद्रोह होए सी उन्होंने घरां नूं जिद्दां जिक्र किया है कि अग्गां भी लाइया गई, उन्हां विचों बहुत सारे फ्रांस नूं छड्ड के इंग्लैंड वाले पासे भी दौड़ गए और इस तरीके दे नाल राष्ट्रीय सभा या सधारण जनता जिहड़ी आ वो लगातार अगे दी अगे वधदी चली। और क्योंकि ये सारा कुछ पैरिस के सेंट्रलाइज हो रहा सीगा तो इस करके पैरिस अपने आप दे विच एक इंपोर्टेंट पावर प्लेस बन के जोड़ा है वो उभरिया और सारे सम्मेलन उस तो बाद बेटा उत्थे थे। पर उरे सी एक गल नूं बड़ा समझना साडे लई जरूरी है कि जदों ये सारियां गल्लां फ्रांस दे विच चल रही हैं तो असीं ये नहीं कह सकते कि फ्रांस दे विच टोटल बाकी शांति व्यवस्था बनी है या ये घटनावां ही हो रही। इन केस जदों इदां दे हालात हुंदे आ देयर इज़ आलवेज कंप्लीट एनार्की, देयर इज़ आलवेज कंप्लीट लॉ एंड डिसऑर्डर। लॉ ना नहीं रह लॉ ना की चीज़ नहीं रहिंदी और लैंड ऑर्डर की एक वड्डी समस्या जिहड़ी है वो सानू स्पष्ट रूप दे विच दिखाई देण लग पैंदी। तो इस तरीके दे नाल फ्रांस दे विच राष्ट्रीय सभा एस्टैबलिश हो गई और असी ये कह सकते हैं, इनू भी मैं स्पष्ट रूप से थोड़ा जिहा दसना चाहूँगा कि कह सकते हैं कि इस नाल फ्रांसीसी क्रांति का पहला पड़ाव कंप्लीट हो गया।
ਹੁਣ ਤੁਸੀਂ ਇੱਥੇ ਇੱਕ ਸਵਾਲ ਕਰੋਗੇ ਕਿ ਸਰ ਤੁਸੀਂ ਇਹਨੂੰ ਫਸਟ ਸਟੇਜ ਕਿਉਂ ਕਹਿੰਦੇ ਹੋ? ਕਿਉਂਕਿ ਬੇਟਾ ਹਜੇ ਰਾਜੇ ਦੀ ਰਾਜਗੱਦੀ ਖਤਮ ਨਹੀਂ ਹੋਈ। ਹਜੇ ਅਸੀਂ ਕਿਤੇ ਵੀ ਨਹੀਂ ਪੜ੍ਹਿਆ ਕਿ ਰਾਜਤੰਤਰ ਹਟਾ ਦਿੱਤਾ ਗਿਆ, ਲੋਕਤੰਤਰ ਐਸਟੈਬਲਿਸ਼ ਹੋ ਗਿਆ, ਕੌਨਸਟੀਟਿਊਸ਼ਨ ਬਣ ਗਿਆ, ਲੋਕਾਂ ਦੇ ਹੱਥਾਂ 'ਚ ਤਾਕਤ ਚਲੀ ਗਈ। ਇਸ ਕਰਕੇ ਅਸੀਂ ਅਜੇ ਇਹ ਕਹਿ ਰਹੇ ਹਾਂ ਕਿ ਜਿਹੜੇ ਲੋਕਾਂ ਨੇ ਸਮਾਗਮ ਦੇ ਰਾਹੀਂ ਤਿੰਨਾਂ ਵਰਗਾਂ ਨੇ ਇਕੱਠੇ ਮਿਲ ਕੇ ਇੱਕ ਰਾਸ਼ਟਰੀ ਸਭਾ ਦੀ ਪ੍ਰਵਾਨਗੀ ਰਾਜੇ ਤੋਂ ਲੱਤੀ ਜਾਂ ਰਾਜੇ ਨੂੰ ਮਜਬੂਰ ਕੀਤਾ, ਉਸ ਦੇ ਨਾਲ ਫਰਾਂਸੀਸੀ ਕ੍ਰਾਂਤੀ ਦੀ ਜਿਹੜੀ ਪਹਿਲੀ ਸਟੇਜ ਹੈ, ਉਸ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਕੰਪਲੀਟ ਹੁੰਦਾ ਹੈ। ਹੁਣ ਉਸ ਤੋਂ ਬਾਅਦ ਉਹ ਦੂਜੀ ਇੱਕ ਚੁਣੌਤੀ ਸਾਹਮਣੇ ਆਉਂਦੀ ਹੈ ਕਿ ਰਾਸ਼ਟਰੀ ਸਭਾ ਜਿਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਉਹ ਆਪਣਾ ਕੰਮ ਕਿੱਦਾਂ ਕਰੇਗੀ? ਕਿਉਂਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰ ਲੈਣਾ ਬੜਾ ਸੌਖਾ ਹੁੰਦਾ ਹੈ, ਲੇਕਿਨ ਪ੍ਰਾਪਤ ਕੀਤੀ ਗਈ ਚੀਜ਼ ਦੇ ਉੱਤੇ ਚੰਗਾ ਸ਼ਾਸਨ ਪ੍ਰਬੰਧ ਆਪ ਲਾਗੂ ਕਰਕੇ ਦਿਖਾਣਾ ਇਟਸ ਆਲਵੇਜ਼ ਵੈਰੀ ਡਿਫਿਕਲਟ। तो इस करके बेटा ये एक चुनौती जी है वो हुण राष्ट्रीय सभा के सामने बन गई। और राष्ट्रीय सभा ने लगभग बेटा 2.25 साल काम किया। उसकी जी मियाद है वो असीं गिनते हैं कि 17 जून 1799 जो उन्होंने अपने आप को डिकलेयर किया, हालांकि उसकी प्रवानगी उन्होंने बाद दे विच मिलती है, पर जो उन्होंने अनाउंस करता कि असीं राष्ट्रीय सभा बना लई, उत्थों की अगर असीं शुरू करिए तो 30 सितंबर 1791 1791 30 सितंबर लगभग 2.25 साल का समय। इस 2.25 साल के दौरान उन्होंने फ्रांस दे विच अपना शासन प्रबंध चलाने की कोशिश की। और जदों असीं 30 सितंबर 1791 नूं कहने खत्म हुई तो असीं बड़ा इंटरस्टिंगली देखा कि उत्थे एक नवीं सरकार किहड़ी आई और किस ढंग दे नाल आई। वो भी एक अपने आप दे विच एक विलखण उदाहरण है दुनिया की, जिहड़ी होर सानूं किसी मुल्क दे विच छेती देखण नूं नहीं मिलती। बहुत बड़ा सैक्रीफाइस और देश भक्ति की भावना वो झलकती सानूं दिखाई देगी। खैर असीं उदों बाद दे विच पढ़ांगे। तो हुण असीं फिलहाल ये देखना है कि जिहड़ी राष्ट्रीय सभा बनी, उस राष्ट्रीय सभा ने अलग अलग खेत्रां 'च काम कीते। एग्जाम्पल के तौर के उत्ते बेटा असीं कहीए, क्योंकि सब तो वड्डी मुसीबत खड़ी हुई सी आर्थिक खेत्र 'च, खाण नूं रोटी नहीं, फसलां नहीं, अनाज की पैदावार पूरी नहीं हो रही, जमीनां उपजाऊ नहीं रहियां, व्यापार दे विच घाटे चल रहे हैं, व्यापारिक संघां की स्थापना नहीं। और सारी डिटेल असीं पढ़ी है किदां किसान ते मजदूर की जो हालत सी। तो सब तो वड्डी हुण चुनौती भी यही सी कि इहदा हल किदां कढीए। तो राष्ट्रीय सभा ने की कीता कि सब तो पहला काम यह कीता कि जिहड़े इनलीगल टैक्स लाए गए सी, अनुचित कर, जिन्हां दी कोई जानी कह लो भी सिर्फ पैसा इकट्ठा करने के लिए और अपने खर्चे लिए कीते गए सीगे, वो टैक्स खत्म कीते। कुछ चंद क टैक्स रखे। एग्जाम्पल के तौर पर प्रॉपर्टी ते टैक्स रखा भी ठीक है, जिहदे कोल जायदाद है टैक्स दे देगा। भूमि कर, जिहदे कोल जमीन तो आमदन होएगी उहदे विचों टैक्स दे देगा। और थोड़ा बहुता व्यापार के उत्ते कर। बाकी इस तो इलावा बेटा जिन्ने टैक्सिस सीगे वो सारे खत्म कर दिते गए, जिहदे नाल लोकां नूं एक बहुत वड्डी राहत मिली। नो डाउट इहदे नाल एकदम आमदन घटदी है, लेकिन राहत भी बहुत वड्डी मिली और लोकां दा सरकार विच विश्वास पैदा हो जाता। सैकेंड, चर्च की संपत्ति का राष्ट्रीयकरण। जिहड़ी चर्च कहती सी कि प्रॉपर्टी साडी निजी है, 10 अक्तूबर 1790 ये विचार पेश किया गया कि चर्च की सारी जमीन और जायदाद फ्रांस के लिए वरती जाए, राष्ट्र के लिए वरती जाए। और इन्हां विचारां दे विच क्योंकि तुसीं देखिया कि जिहड़े उच्च वर्ग के पादरी सी उन्हां नूं छड्ड के निमन वर्ग के पादरियां नाल भी शोषण हुंदा सी। तो बहुत सारे पादरियां ने जिहड़ा इस गल के प्रति सहमति प्रगटाई और 2 नवंबर 1799 चर्च की प्रॉपर्टी का राष्ट्रीयकरण कर दिता गया। तो नैचुरली है कि बहुत सारी इकनॉमिक स्ट्रेंथ राष्ट्रीय सभा के कोले आ गई, जिहदे नाल लोक भलाई के काम हुण कीते जा सकते सी। तीसरा, कागजी नोट। उन्होंने कहा कि जिहड़ी चर्च की संपत्ति की गारंटी सरकार ने कागजी नोट जारी की और लगभग तुसीं कह लो कि 14 दिसंबर 1799 40 करोड़ लीवर की चर्च जमीन के मुकाबले नोट जारी। उहदे नाल की होया कि करंसी मार्केट विच आ गई। जदों पैसा मार्केट दे विच आ जाता है तो पैसे की सर्कुलेशन होनी स्टार्ट हो गई और जिहदे नाल इकोनॉमी जिहड़ी है वो ठीक होनी स्टार्ट हो जाती। उहदे नाल जिहड़े कर्जे लत्ते हुए सीगे वो कर्जे चुकाने सरकार ने शुरू कर दिए। तो सरकार जिहड़ी घाटे च चलदी सी उहदे विचों उभरन लग गई। हालांकि इहदियां कुछ अपनियां समस्या होंदियां, लेकिन उन्हां हालातां दे विच ये करना बड़ा जरूरी सीगा। और जिस करके 1790 विच जिहड़ा उस वेले दा नैशनल डैट सी, कौमी करजा, उन्होंने चुकाने लिए कागजी नोटां की गिनती पहला 120 करोड़ लीवर और उस तो बाद 180 करोड़ लीवर कर दी। तो यानी आर्थिक व्यवस्था नूं ठीक लाइन ते लैके आउण दे लई ये चीज़ां कीतियां गईयां।
ਹਾਲਾਂਕਿ ਬਾਅਦ ਦੇ ਵਿੱਚ ਇਹਦੇ ਜਿਹੜੇ ਸਿੱਟੇ ਸੀ ਉਹ ਬੜੇ ਹਾਨੀਕਾਰਕ ਵੀ ਨਿਕਲੇ, ਕਿਉਂਕਿ ਜਦੋਂ ਤੁਸੀਂ ਪੈਸਾ ਸਰਪਲਸ ਸਿੱਟ ਦਿੰਦੇ ਹੋ ਤਾਂ ਅੱਗੇ ਸਮਾਨ ਨਹੀਂ ਹੁੰਦਾ ਤਾਂ ਉਹਦੇ ਨਾਲ ਇੱਕ ਵੱਡੀ ਬਾਅਦ ਵਿੱਚ ਇਕਨੋਮਿਕ ਕ੍ਰਾਈਸਿਸ ਪੈਦਾ ਹੁੰਦਾ ਹੈ, ਜਿਹਦੇ ਨਾਲ ਕਹਿ ਦਿਓ ਕਿ ਵੈਲਿਊ ਜਿਵੇਂ ਮਨੀ ਦੀ ਜਿਹੜੀ ਵੈਲਿਊ ਹੁੰਦੀ ਹੈ, ਜਿਵੇਂ ਮੰਨ ਲਓ ਅੱਜ ਤੁਸੀਂ ਦੇਖਦੇ ਆ ਕਿ ਜੇ ਅਸੀਂ ਡਾਲਰ ਨਾਲ ਕੰਪੇਅਰ ਕਰੀਏ ਤਾਂ 70 ਰੁਪਏ ਦਾ $1 ਹੈ, ਤੇ ਜਦੋਂ ਅਸੀਂ ਇਹੋ ਜਿਹੇ ਕੰਮ ਕਰਾਂਗੇ ਤਾਂ ਰੁਪਈਏ ਦੀ ਵੈਲਿਊ ਹੋਰ ਗਿਰੂਗੀ, ਤੇ ਜੇ ਇੱਦਾਂ ਡਾਲਰ ਵਾਲੇ ਬੰਦੇ ਕੰਟਰੀਜ਼ ਦੇ ਕੰਮ ਕਰਨਗੇ ਤਾਂ ਉਹਨਾਂ ਦੇ ਡਾਲਰ ਦੀ ਵੈਲਿਊ ਗਿਰੂਗੀ। ਉਹ ਇੱਕ ਅਲੱਗ ਪਹਿਲੂ ਜਾਂਦੇ, ਅਸੀਂ ਉਹਦੀ ਡਿਟੇਲ ਦੇ ਵਿੱਚ ਇਹਨੂੰ ਨਹੀਂ ਜਾਣਾ, ਠੀਕ ਹੈ। ਪਰ ਐਗਜ਼ਾਮਪਲ ਉਹਦੀ ਕਿੰਨੀ ਘਟੀ ਅੰਦਾਜ਼ਾ ਲਗਾ ਲਓ ਕਿ 1796 ਈਸਵੀ ਵਿੱਚ 100 ਫਰੈਂਕ ਦੇ ਨੋਟ ਦੀ ਕੀਮਤ ਘਟ ਕੇ 1 ਫਰੈਂਕ ਰਹਿ ਗਈ, 1% ਰਹਿ ਗਈ, 99% ਘਟ ਗਈ। ਬਟ ਉਹ ਸ਼ੁਰੂ 'ਚ ਉਹਨੂੰ ਪੰਪ ਦੇਣਾ ਬੜਾ ਜ਼ਰੂਰੀ ਸੀਗਾ, ਹਾਲਾਂਕਿ ਬਾਅਦ 'ਚ ਉਹਦੇ ਰਿਜ਼ਲਟਸ ਡਿਫਰੈਂਟ। ਇੱਦਾਂ ਹੀ ਬੇਟਾ ਵਪਾਰ ਤੇ ਉਦਯੋਗਿਕ ਖੇਤਰਾਂ ਦੇ ਵਿਕਾਸ ਦੇ ਸੰਬੰਧ ਵਿੱਚ ਯਤਨ ਕੀਤੇ ਗਏ, ਉਹਨਾਂ ਦੀ ਜਿੱਦਾਂ ਅਸੀਂ ਕਿਹਾ ਵੀ ਟੈਕਸਿਸ ਹਟਾਏ, ਔਰ ਇੱਦਾਂ ਜਿਹੜੇ ਅਲੱਗ-ਅਲੱਗ ਚੁੰਗੀ ਕਰ ਸੀਗੇ ਉਹਨਾਂ ਨੂੰ ਹਟਾਇਆ ਗਿਆ, ਔਰ ਜਿਸ ਕਰਕੇ ਵਪਾਰ ਜਿਹੜਾ ਹੈਗਾ ਵਧਣਾ ਸਟਾਰਟ ਹੋਇਆ। ਔਰ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਰਾਸ਼ਟਰੀ ਸਭਾ ਨੇ ਇਸ ਆਰਥਿਕ ਹਾਲਤ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਅਸੀਂ ਸੈਕੰਡ ਦੇਖਾਂਗੇ ਕਿ ਸਮਾਜਿਕ ਔਰ ਧਾਰਮਿਕ ਖੇਤਰ ਦੇ ਵਿੱਚ ਕੀ ਪ੍ਰਾਪਤੀਆਂ ਰਾਸ਼ਟਰੀ ਸਭਾ ਨੇ ਕੀਤੀਆਂ। ਜਿਵੇਂ ਬੇਟਾ ਸਭ ਤੋਂ ਪਹਿਲੀ ਔਰ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਦੇਖਦੇ ਹਾਂ ਉਹ ਹੈ ਕਿ ਸਮੰਤ ਪ੍ਰਣਾਲੀ ਤੇ ਦਾਸ ਪ੍ਰਥਾ ਦਾ ਖਾਤਮਾ ਕੀਤਾ ਹੈ, ਜੋ ਇੱਕ ਅਮੀਰ ਤੇ ਗਰੀਬ ਔਰ ਉੱਚਾ ਤੇ ਨੀਵੇਂ ਦਰਜੇ ਦਾ ਜਿਹੜਾ ਇੱਕ ਫਾਸਲਾ ਰੱਖਿਆ ਜਾਂਦਾ ਸੀਗਾ, ਸੁਪੀਰੀਅਰਟੀ ਕੰਪਲੈਕਸ ਰੱਖਿਆ ਜਾਂਦਾ ਸੀ, ਔਰ ਇਸ ਸਮੰਤਾਂ ਦੇ ਖਿਲਾਫ ਕਿਉਂਕਿ ਬਹੁਤ ਸਾਰੇ ਵਿਦਰੋਹ ਹੋਏ ਅਸੀਂ ਪੜ੍ਹਿਆ, ਇਸ ਕਰਕੇ ਸਮੰਤਵਾਦ ਖਤਮ ਕੀਤਾ ਗਿਆ। ਔਰ ਸਮੰਤਵਾਦ ਦੇ ਨਾਲ ਹੀ ਕਿਉਂਕਿ ਦਾਸ ਪ੍ਰਥਾ ਜੁੜੀ ਹੁੰਦੀ ਹੈ, ਉਹਨਾਂ ਦੀਆਂ ਜ਼ਮੀਨਾਂ ਤੇ ਲੋਕ ਗੁਲਾਮੀ ਦੀ ਤਰ੍ਹਾਂ ਕੰਮ ਕਰਦੇ ਸੀਗੇ, ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰਦੇ ਸੀਗੇ, ਇਸ ਕਰਕੇ ਉਹ ਦਾਸ ਪ੍ਰਥਾ ਨੂੰ ਵੀ ਆਫੀਸ਼ੀਅਲੀ, ਲੀਗਲੀ, ਕਨਸਟੀਟਿਊਸ਼ਨਲੀ ਖਤਮ ਕਰ ਦਿੱਤਾ। ਔਰ ਕੁਝ ਜਿਹੜੇ ਕਿੱਤੇ ਸੀ ਜਿਵੇਂ ਸ਼ਿਕਾਰ ਖੇਲਣਾ, ਮੱਛੀ ਪਾਲਣ, ਕਬੂਤਰਾਂ ਦਾ ਪਾਲਣ, ਉਹਦੇ ਉੱਤੇ ਕਹਿੰਦੇ ਸੀ ਵੀ ਇਹਨਾਂ ਕੁਝ ਵਰਗਾਂ ਦਾ ਖਾਸ ਅਧਿਕਾਰ ਹੈ, ਉਹ ਵੀ ਖਤਮ ਕਰ ਦਿੱਤਾ ਗਿਆ। ਨਾਓ ਐਵਰੀਬੋਡੀ ਕੈਨ ਡੂ ਦੈਟ, ਤੇ ਜਿਹਦੇ ਨਾਲ ਆਮ ਜਨਤਾ ਨੂੰ ਇੱਕ ਵੱਡੀ ਰਾਹਤ ਮਿਲੀ। ਦੂਸਰੀ ਬੜੀ ਇੰਪੋਰਟੈਂਟ ਚੀਜ਼ ਜਿਹੜੀ ਰਾਸ਼ਟਰੀ ਸਭਾ ਤੋਂ ਸ਼ੁਰੂ ਹੋਈ, ਬਾਅਦ 'ਚ ਨੈਪੋਲੀਅਨ ਨੇ ਉਸ ਨੂੰ ਵੱਡੇ ਪੱਧਰ ਦੇ ਉੱਤੇ ਲਾਗੂ ਵੀ ਕੀਤਾ, ਉਹਨੂੰ ਅਸੀਂ ਬਾਅਦ 'ਚ ਪੜ੍ਹਾਂਗੇ, ਉਹ ਹੈ ਮਨੁੱਖੀ ਅਧਿਕਾਰਾਂ ਦਾ ਐਲਾਨ। ਤਾਂ ਹਿਊਮਨ ਰਾਈਟਸ ਦੀ ਗੱਲ ਜਿਹੜੀ ਅਸੀਂ ਹਜੇ ਤੱਕ ਕਿਸੇ ਹੋਰ ਮੁਲਕ ਦੇ ਵਿੱਚ ਇਸ ਸਮੇਂ ਦੇ ਦੌਰਾਨ ਨਹੀਂ ਪੜ੍ਹਦੇ, ਕਿਉਂਕਿ ਅਮਰੀਕਾ ਵੀ ਆਜ਼ਾਦ ਹੋਏ ਜੇ ਸਿਰਫ 6 ਸਾਲ ਹੀ ਹੁੰਦੇ ਆ, ਤਾਂ ਉੱਥੇ ਵੀ ਇਹ ਗੱਲ ਉਨੇ ਵੱਡੇ ਪੱਧਰ ਦੇ ਉੱਤੇ ਨਹੀਂ ਆਉਂਦੀ। ਔਰ ਅਸੀਂ ਦੇਖਿਆ ਕਿ ਉੱਥੇ ਗੁਲਾਮੀ ਦੇ ਸੰਬੰਧ 'ਚ ਸਿਵਲ ਵਾਰ ਇਸ ਇਨਸੀਡੈਂਟ ਤੋਂ ਲਗਭਗ 70 ਸਾਲ ਬਾਅਦ ਹੁੰਦੀ ਹੈ। ਤਾਂ ਉੱਥੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਐਲਾਨ ਕੀਤਾ ਗਿਆ, ਦੈਟ ਬਿਕੇਮ ਦਾ ਫਾਊਂਡੇਸ਼ਨ। ਇਸ ਕਰਕੇ ਫਰਾਂਸੀਸੀ ਕ੍ਰਾਂਤੀ ਨੇ ਦੁਨੀਆ ਦੀਆਂ ਬਹੁਤ ਸਾਰੀਆਂ ਕ੍ਰਾਂਤੀਆਂ ਨੂੰ ਪ੍ਰਭਾਵਿਤ ਕੀਤਾ। ਇਕੁਐਲਿਟੀ, ਲਿਬਰਟੀ, ਫਰੈਟਰਨਿਟੀ ਦੇ ਨਾਅਰੇ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਹੋਏ। ਉਹਦੇ ਕਾਰਨ ਇੱਕ ਵੱਡਾ ਇਹ ਵੀ ਸੀਗਾ, ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਧਿਕਾਰ ਕਿਹੜੇ ਦਿੱਤੇ। ਜਿਵੇਂ ਪਹਿਲਾਂ ਕਿਹਾ ਕਿ ਸਾਰੇ ਬੰਦੇ ਆਜ਼ਾਦ ਪੈਦਾ ਹੋਏ ਨੇ, ਤਾਂ ਇਸ ਕਰਕੇ ਸਾਰੇ ਬੰਦਿਆਂ ਦੇ ਅਧਿਕਾਰ ਵੀ ਬਰਾਬਰ ਹੋਣਗੇ। ਦੈਟ ਇਕੁਐਲਿਟੀ ਵਾਜ਼ ਐਸਟੈਬਲਿਸ਼। ਔਰ ਹਰ ਵਿਅਕਤੀ ਨੂੰ ਆਪਣੀ ਆਜ਼ਾਦੀ ਨੂੰ ਮਾਨਣ ਦਾ ਅਧਿਕਾਰ ਹੈ, ਪਰ ਉਨੀ ਦੇਰ ਤੱਕ ਜਦੋਂ ਤੱਕ ਉਸ ਦੀ ਆਜ਼ਾਦੀ ਦੂਜੇ ਦੀ ਆਜ਼ਾਦੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। ਤੀਸਰਾ, ਉਹਨਾਂ ਨੇ ਕਿਹਾ ਕਿ ਕਾਨੂੰਨ ਕੇਵਲ ਉਹਨਾਂ ਕੰਮਾਂ ਤੋਂ ਰੋਕ ਸਕਦਾ ਤੁਹਾਨੂੰ ਜਿਹੜੇ ਕੰਮ ਤੁਹਾਡੇ ਸਮਾਜ ਦੇ ਲਈ ਹਾਨੀਕਾਰਕ ਨੇ, ਅਦਰਵਾਈਜ਼ ਤੁਸੀਂ ਆਪਣਾ ਕੰਮ ਕਰੋ ਜੇ ਕਿਸੇ ਨੂੰ ਕੋਈ ਤਕਲੀਫ ਨਹੀਂ। ਨੰਬਰ 4, ਉਹਨਾਂ ਨੇ ਕਿਹਾ ਕਿ ਹਰ ਰਾਜਨੀਤਿਕ ਸੰਗਠਨ ਦਾ ਉਦੇਸ਼ ਮਨੁੱਖ ਦੇ ਕੁਦਰਤੀ ਅਧਿਕਾਰਾਂ ਦੀ ਰੱਖਿਆ ਕਰਨਾ, ਜਮਾਂਦਰੂ ਅਧਿਕਾਰਾਂ ਦੀ ਰੱਖਿਆ ਕਰਨਾ। ਜਮਾਂਦਰੂ ਦਾ ਮਤਲਬ ਮੈਨੂੰ ਸਾਹ ਲੈਣ ਦਾ ਅਧਿਕਾਰ, ਮੈਨੂੰ ਜੀਣ ਦਾ ਅਧਿਕਾਰ, ਮੈਨੂੰ ਆਪਣੇ ਰੋਟੀ ਖਾਣ ਦਾ ਅਧਿਕਾਰ, ਕਿਉਂਕਿ ਜੀਣ ਦੇ ਲਈ ਇਹ ਚੀਜ਼ ਜ਼ਰੂਰੀ ਹੈ। ਤਾਂ ਇਹਨਾਂ ਅਧਿਕਾਰਾਂ ਦੀ ਗੱਲ ਉਸ ਵੇਲੇ ਕੀ ਸਾਰੇ, ਔਰ ਜਿੱਦਾਂ ਕੈਥੋਲਿਕ ਤੇ ਪ੍ਰੋਟੈਸਟੈਂਟ ਦੇ ਝਗੜੇ ਹੁੰਦੇ ਸੀ, ਡਿਕਲੇਅਰ ਕੀਤਾ ਗਿਆ ਕਿ ਸਾਰੇ ਲੋਕਾਂ ਨੂੰ ਧਾਰਮਿਕ ਸੁਤੰਤਰਤਾ। ਔਰ ਕਿਉਂਕਿ ਪਹਿਲਾਂ ਸਾਰੀਆਂ ਜਾਇਦਾਦਾਂ ਵੱਡੇ ਪੱਧਰ ਤੇ ਸਮੰਤਾਂ, ਜਗੀਰਦਾਰਾਂ, ਚਰਚ, ਰਾਜਿਆਂ ਕੋਲੇ ਹੁੰਦੀਆਂ ਸੀ, ਉਹ ਕਹਿੰਦੇ ਨਹੀਂ, ਐਵਰੀਬੋਡੀ ਨਾਓ ਕੈਨ ਹੈਵ ਇਟਸ ਓਨ ਪ੍ਰੋਪਰਟੀ। ਹਰ ਵਿਅਕਤੀ ਨੂੰ ਜਾਇਦਾਦ ਦਾ ਅਧਿਕਾਰ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿ ਕਾਨੂੰਨ ਦੇ ਸਾਹਮਣੇ ਸਾਰੇ ਲੋਕ ਬਰਾਬਰ ਨੇ, ਤਾਂ ਕਾਨੂੰਨੀ ਕਾਰਵਾਈ ਕਰਨ ਲੱਗੇ ਵਿਅਕਤੀ ਔਰ ਵਿਅਕਤੀ 'ਚ ਭੇਦ ਨਹੀਂ ਕੀਤਾ ਜਾਏਗਾ, ਔਰ ਬਿਨਾਂ ਕਿਸੇ ਨੂੰ ਕਾਨੂੰਨਨ ਕਾਰਵਾਈ ਕੀਤੇ ਜਾਣੀ, ਉਹਦੇ ਖਿਲਾਫ ਰਿਪੋਰਟ ਲਿਖੇ, ਇਨਕੁਆਇਰੀ ਕੀਤੇ, ਸਾਬਿਤ ਕੀਤੇ, ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਔਰ ਸਜ਼ਾ ਉਦੋਂ ਹੀ ਦਿੱਤੀ ਜਾਏਗੀ ਜਦੋਂ ਉਹਦਾ ਅਪਰਾਧ ਸਿੱਧ ਹੋ ਜਾਏਗਾ। ਇਹ ਬੇਟਾ ਦੋ ਚੀਜ਼ਾਂ ਬੜੀਆਂ ਧਿਆਨ 'ਚ ਰੱਖਣੀਆਂ। ਕਾਨੂੰਨ ਦੀ ਇੱਕ ਪ੍ਰਿੰਸੀਪਲ, ਇੱਕ ਸਿਧਾਂਤ ਇਹ ਹੁੰਦਾ ਕਿ ਤੁਸੀਂ ਓਨੀ ਦੇਰ ਤੱਕ ਨਿਰਦੋਸ਼ ਹੋ ਜਿੰਨੀ ਦੇਰ ਤੱਕ ਤੁਹਾਡਾ ਦੋਸ਼ ਸਾਬਿਤ ਨਾ ਹੋ ਜਾਏ। ਦੂਜਾ ਇਹ ਹੁੰਦਾ ਕਿ ਨਹੀਂ, ਅਸੀਂ ਦੋਸ਼ੀ ਕਹਿਤਾ ਤਾਂ ਤੁਸੀਂ ਸਾਬਿਤ ਕਰੋ ਵੀ ਤੁਸੀਂ ਨਿਰਦੋਸ਼। ਫਰਾਂਸ 'ਚ ਨਹੀਂ ਕੀਤਾ,
फ्रांस से क्या भी यू आर इनोसेंट टिल यू आर प्रूव्ड गिल्टी, जिन्नी देर तक तुहाडा दोष साबित ना हो जाए। कोई भी व्यक्ति दूजे का हुण शोषण नहीं सी कर सकता और व्यक्तियों नूं बोलण लिखण छापण की सुतंत्रता प्राप्त की गई, पर जे कोई किसी को नुकसान पहुँचाता है फिर उसके खिलाफ कार्रवाई की जानी सी। राजनीतिक तौर पर सुतंत्रता प्राप्त की गई और यह कहा गया कि सारे नागरिकों उत्ते टैक्स लगाया जाएगा, पर उन्होंने समर्था नूं देखते हुए कि कौन व्यक्ति कितना टैक्स पे कर सकता, जिहड़ा ज़्यादा कर सकता ज़्यादा, जिहड़ा घट कर सकता वो कर। ते नाले ये कहा गया कि देश के सारे कर्मचारी ते अधिकारी अपने कामां लई जनता अगे उत्तरदाई, ये नहीं है कि मैनू नौकरी मिल गई तो मैं हुण किसी को जवाबदेही नहीं हैगा जो मर्जी करा। सो दिस टाइप ऑफ थिंग्स विल नॉट बी देयर। हालांकि ये भी बेटा बहुत सारिया घाटां सी, सधारण हालत तरसयोग सी, वो छोटी तो छोटे टैक्स देने की हालत भी नहीं सी, रोजी रोटी की एक वड्डी समस्या बनी हुई सी, भुखमरी की समस्या बनी हुई सी। उन्होंने वेले इन्हों अधिकारों की कोई वैल्यू नहीं रह जाती, उदों तो बंदा खो के खाने की भी कोशिश करता है। लेकिन फिर भी हालांकि इस उत्ते तुसीं कह लो भी जिथों तक वोटिंग राइट है, वो वोटिंग राइट पूरा फ्रांस के लोगों को हजे भी नहीं दिता गया। उन्होंने दिता गया जो टैक्स देंगे सी, यानी जो अमीर है वो कोल राइट हो गया, गरीब के कोल नहीं है। तो कई कमियां हजे भी सन, लेकिन एक चंगी शुरुआत असी जी है इसनों कह सकते हैं, जो किसी भी मुल्क के लोकतंत्र की स्थापना जी शुरू की जाती है। फ्रॉम दैट पॉइंट ऑफ व्यू इट वॉज इक्वल टू द मैगना कार्टा ऑफ इंग्लैंड, जिन्ना 1215 के इंग्लैंड च मैगना कार्टा आया, पूरे राष्ट्रीय सभा ने यह मनुखी अधिकारों का ऐलान किया। चर्च के शासन का पुनर्गठन किया। हुण हर फ्रांसीसी जन्म मौत ब्याह बीमारी दान रोजगार मोक्ष लई वो जो चर्च पर डिपेंड करता जी डिपेंडेंस है बेटा उन्होंने खत्म कर दी गई। उन्होंने जिस करके वो खर्चे बहुत जड़े आ वो घट गए और राजियां की जो निरंकुशता ते चर्च की जी मिली भगत सी वो भी इस राष्ट्रीय सभा ने खत्म की। नैक्सट बेटा पादरियां दे नागरिक संविधान। चर्च के शासन का जो असीं कहने कि पुनर्गठन किया तो पादरियां लई भी एक नवा संविधान जिहड़ा हैगा वो बनाया गया कि जिहड़े पादरी ने अपनी जीवन व्यवस्था का प्रबंध कितना करनगे। फ्रांस उत्ते पोप का कंट्रोल कितना घटाया जाएगा। 1799 में एक कमेटी बनी, उन्हें एक गाइडलाइनस दत्तियां, उहदे च की कहा कि जिहड़ा पूरा फ्रांस वो अलग अलग खेतरां च वंडिया जाए। पहला 133 खेतर सी, उन्होंने घटा के 83 कर दिता गया और उसनूं कहा गया बिशप खेतर, जिहदे च एक बिशप होएगा। तो बिशप की चोण किदां होएगी, उहदे च कहा गया कि इस दे अनुसार बिशप के पैरिस के नियुक्ति चोण द्वारा जरूरी होगी। पादरियां की चोण प्रांत के अधिकारियों वांगू होएगी तो पैरिस की चोण जिला अधिकारियों वांग होंदी सी। चोण पिछों जिस देश कानून राज प्रति वफादार रहे फ्रांस के प्रति अपनी सौं चक्कणगे कि मैं इहदे प्रति वफादार रहूँगा, इटली के प्रति नहीं, पोप के प्रति नहीं। हुण वो सौं किहदे प्रति चक्कणगे, फ्रांस के प्रति, फ्रांस के मुल्क के प्रति, कानून के प्रति। तो जदी फ्रांस के हित की गल करनगे। इस तरीके बेटा बिशप के पादरियां दी जिहड़ियां तनख्वाहां सीगियां वो निश्चित की गई। 4000 तो लैके 12000 लेबर तक सालाना उन्होंने सैलरीज नियुक्त की गई। सरकारी कंट्रोल ये वध गया और एक चीज़ जी वड्डी उभर के सामने आई कि पोप की प्रमुखता हुण नहीं मनी गई, क्योंकि हुण कोई भी काम करन तो पहला इस संविधान के अनुसार उन्होंने लागू करना पैना सी। सीधी नियुक्ति नहीं सी हो सकती, जिहदे करके अल्टीमेटली पोप का कंट्रोल घटता चला गया। और क्योंकि असी पुराने मनुखी अधिकारां च पढ़िया कि उत्थे धार्मिक सुतंत्रता दी गई, तो असी ये कह सकते हैं कि धार्मिक सहनशीलता की भावना उत्थे डिवैलप। ये समाजिक और धार्मिक खेत्र च उपलब्धियां हुई। और लास्ट में असीं इह पढ़ांगे कि स्थानिक जिहड़े प्रशासनिक सुधार किए, जिद्दां असीं कहा कि 83 खेतर बना दिते गए, यानी 83 कम्यूनस बन गए, 83 स्टेटां बन गई जिन्होंने कैंटन्स दे विच वंडिया गया। तो इस तरीके दे नाल एक नवीं बनतर जिला प्रांत की फ्रांस में डिवैलप होनी स्टार्ट हुई। उहदे च असीं आंकड़े दे सकते हैं और जिहड़ियां उन्हां दियां नियुक्तियां सी प्रांत के मुखिया दियां, जिले के मुखिया दियां, प्रशासनिक अधिकारियों दियां, ये सैकेंड पॉइंट असीं कह सकते हैं कि वो मैरिट उत्ते हुई नियुक्ति, योग्यता के आधार। ये नहीं कि जिन्हें पैसे दे दिते या जिहड़ा पादरी के नेड़े है या जिहड़ा पहला शासक वर्ग के नेड़े है, नो, वो मैरिट के अधिकार से आई हैं जिहदे नाल डिवैलपमेंट होनी सुधार।
और तीसरा न्याय संबंधी सुधार, क्योंकि ਅਸੀਂ ਮਨੁੱਖੀ ਅਧਿਕਾਰਾਂ 'ਚ ਵੀ ਪੜ੍ਹਿਆ ਕਿ ਸਭ ਨੂੰ ਬਰਾਬਰ ਮੰਨਿਆ ਜਾਊਗਾ, ਕਾਨੂੰਨੀ ਰੂਪ ਤੇ ਭੇਦਭਾਵ ਨਹੀਂ ਕੀਤਾ ਜਾਊਗਾ, ਪੁਰਾਣੀਆਂ ਅਦਾਲਤਾਂ ਦਾ ਅੰਤ ਕਰ ਦਿੱਤਾ ਗਿਆ, ਨਵੀਆਂ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਤਾਂ ਕਿ ਜਲਦੀ ਤੋਂ ਜਲਦੀ ਜਿਹੜਾ ਇਨਸਾਫ ਹੈ ਉਹ ਲੋਕਾਂ ਨੂੰ ਮਿਲੇ, ਸਜ਼ਾਵਾਂ ਘਟਾ ਦਿੱਤੀਆਂ ਗਈਆਂ ਜਿਹਦੇ ਕਰਕੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ। ਔਰ ਸਭ ਤੋਂ ਇੰਪੋਰਟੈਂਟ ਗੱਲ ਉਹ ਸੀਗੀ ਬੇਟਾ ਕਿ ਸੈਨਿਕ ਸੁਧਾਰ ਲਾਗੂ ਕੀਤੇ ਤਾਂ ਕਿ ਇੱਕ ਜਿਹੜੀ ਆਰਮੀ ਹੈ ਉਹ ਰਾਜੇ ਦੇ ਪ੍ਰਤੀ ਵਫਾਦਾਰ ਨਾ ਰਹੇ, ਉਹ ਕਿਹਦੇ ਪ੍ਰਤੀ ਵਫਾਦਾਰ ਬਣੇ, ਫਰਾਂਸ ਔਰ ਫਰਾਂਸ ਦੀ ਜਨਤਾ ਦੇ ਪ੍ਰਤੀ। ਇਸ ਕਰਕੇ 1791 'ਚ ਫਰਾਂਸ ਵਿੱਚ ਨਵੀਆਂ ਸੈਨਿਕ ਬਟਾਲੀਅਨਾਂ ਦਾ ਗਠਨ ਕੀਤਾ ਗਿਆ, ਰਾਸ਼ਟਰੀ ਗਾਰਡ ਦੀ ਪ੍ਰਵਾਨਗੀ ਦਿੱਤੀ ਗਈ, ਈਵਨ ਜਲ ਸੈਨਾ ਤਾਕਤਵਰ ਬਣਾਉਣ ਦੀ ਗੱਲ ਵੀ ਰਾਸ਼ਟਰੀ ਸਭਾ ਨੇ। ਇਹ ਬੜਾ ਪ੍ਰਾਪਤੀ ਹੈ। ਹੁਣ ਇਹਦੇ ਵਿੱਚ ਅਸੀਂ ਇੱਕ ਲਾਸਟ ਵਿੱਚ ਗੱਲ ਪੜ੍ਹ ਕੇ ਆਪਣਾ ਅੱਜ ਦਾ ਟੌਪਿਕ ਖਤਮ ਕਰਾਂਗੇ, ਬਾਕੀ ਉਸ ਨੂੰ ਕੱਲ੍ਹ ਸਾਡਾ ਫ੍ਰੈਂਚ ਰੈਵੋਲੂਸ਼ਨ ਖਤਮ ਹੋ ਜਾਏਗੀ। ਉਹ ਹੈ ਕਿ ਫਰਾਂਸ ਦੇ ਵਿੱਚ ਜਦੋਂ ਨਵਾਂ ਸੰਵਿਧਾਨ ਬਣਾਇਆ ਗਿਆ 1791 'ਚ, ਉਸ ਨਵੇਂ ਸੰਵਿਧਾਨ ਦੇ ਵਿੱਚ ਰਾਜੇ ਦੀਆਂ ਤਾਕਤਾਂ ਨੂੰ ਘਟਾਇਆ ਗਿਆ, ਉਹਨੂੰ ਕੌਂਸਟੀਟਿਊਸ਼ਨਲੀ ਜਿਹੜਾ ਹੈਗਾ ਸਿਰਫ ਰੱਖਿਆ ਗਿਆ ਵੀ ਇਹ ਕੌਂਸਟੀਟਿਊਸ਼ਨਲ ਹੈੱਡ ਹੋਏਗਾ, ਜਿੱਦਾਂ ਇੰਗਲੈਂਡ 'ਚ ਹੈ। ਇੰਗਲੈਂਡ ਦੇ ਵਿੱਚ ਰਕਿਊਨ ਦੇ ਕੋਲੇ ਬਹੁਤ ਸਾਰੀਆਂ ਤਾਕਤਾਂ ਨਹੀਂ ਹੈਗੀਆਂ, ਤਾਕਤਾਂ ਉੱਥੋਂ ਦੀ ਪਾਰਲੀਮੈਂਟ ਦੇ ਕੋਲੇ ਆ, ਲਗਭਗ ਉਹੀ ਢਾਂਚਾ ਜਿਹੜਾ ਹੈਗਾ ਪੂਰੇ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਕਿਉਂਕਿ ਪਹਿਲਾਂ ਤਾਂ ਉਹਦੇ ਕੋਲੇ ਸਾਰੀਆਂ ਤਾਕਤਾਂ ਹੁੰਦੀਆਂ ਸੀ। ਨਾਓ ਹੀ ਵਾਸ ਓਨਲੀ ਟੂ ਬੀ ਹੈਵਿੰਗ ਦਾ ਕੌਂਸਟੀਟਿਊਸ਼ਨਲ ਹੈਡ, ਔਰ ਰਾਦਰ ਉਹਦੀ ਇੱਕ ਤਨਖਾਹ ਫਿਕਸ ਕਰਤੀ ਗਈ। ਇਹ ਨਹੀਂ ਕਿ ਸਾਰਾ ਖਜ਼ਾਨਾ ਉਹਦੇ ਹਵਾਲੇ ਸੀ ਤੇ ਜਿੱਦਾਂ ਮਰਜ਼ੀ ਖਰਚ ਕਰੇ, ਨਾ ਉਹਨੂੰ ਇੱਕ ਸਾਲਾਨਾ ਕਹ ਲਓ ਵੀ ਸੈਲਰੀ ਫਿਕਸ ਕਰ ਦਿੱਤੀ ਗਈ। ਹਾਲਾਂਕਿ ਕਾਫੀ ਵੱਡੀ ਸੈਲਰੀ ਸੀ ਸ਼ੁਰੂ ਦੇ ਵਿੱਚ ਉਹਦੀ, ਕਿਉਂਕਿ ਉਹਦੇ ਰੱਖ ਰਖਾਵ ਨੂੰ ਦੇਖਦੇ ਹੋਏ ਰਾਜੇ ਨੂੰ ਆਪਣੇ ਮੰਤਰੀ ਚੁਣਨ ਤੇ ਉਹਨਾਂ ਨੂੰ ਪਦ ਮੁਕਤ ਕਰਨ ਦੇ ਅਧਿਕਾਰ ਹਲੇ ਵੀ ਦਿੱਤੇ ਗਏ ਸਨ। ਹਾਲਾਂਕਿ ਉਹਦੇ ਵੱਲੋਂ ਉਹਦੀ ਜਿਹੜੀ ਮਨਜ਼ੂਰੀ ਹੈਗੀ ਹੈ ਉਸ ਨੂੰ ਲੈਣੀ ਪੈਂਦੀ ਸੀ। ਉਹਦੇ ਈਵਨ ਅੰਗ ਰੱਖਿਅਕਾਂ ਦੀ ਜਿਹੜੀ ਸੈਨਾ ਗਿਣਤੀ ਹੈ ਉਹ ਨਿਸ਼ਚਿਤ ਕਰ ਦਿੱਤੀ ਗਈ, ਔਰ ਸੈਨਾ 1200 ਪੈਦਲ ਤੇ 600 ਸਵਾਰਾਂ ਤੋਂ ਵੱਧ ਉਹਦੇ ਕੋਲੇ ਸੈਨਾ ਹੁਣ ਨਹੀਂ ਸੀ ਹੋ ਸਕਦੀ, ਤੇ ਇਸ ਕਰਕੇ ਰਾਜੇ ਦੀਆਂ ਤਾਕਤਾਂ ਘਟਾਈ। ਦੂਸਰਾ ਹੈਗਾ ਕਿ ਮੰਤਰੀ ਪਦ, ਮੰਤਰੀਆਂ ਰਾਜਪਾਲ ਦੇ ਮਾਮਲਿਆਂ ਦੀ ਸਲਾਹ ਲੈਣ ਲਈ ਮੰਤਰੀਆਂ ਦੀ ਨਿਯੁਕਤੀ ਰਾਜਾ ਕਰ ਸਕਦਾ ਸੀਗਾ। ਮੰਤਰੀ ਪਦ ਪ੍ਰਾਪਤ ਕਰਨ ਤੋਂ ਪਹਿਲਾਂ ਲੇਕਿਨ ਮੰਤਰੀਆਂ ਨੂੰ ਸੋਚ ਚੁੱਕਣੀ ਪੈਂਦੀ ਸੀ। ਰਾਜੇ ਦਾ ਲਿਖਤੀ ਜਾਂ ਜ਼ਬਾਨੀ ਆਦੇਸ਼ ਮੰਤਰੀਆਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਸੀ ਕਰ ਸਕਦਾ ਵੀ ਉਹ ਕਹੇ ਮੈਂ ਤਾਂ ਰਾਜੇ ਨੇ ਆਰਡਰ ਦਿੱਤਾ ਮੈਂ ਜੋ ਮਰਜ਼ੀ ਕਰਾਂ। ਫਰਾਂਸ ਦੇ ਪ੍ਰਤੀ ਸੋਚ ਚੱਕਦੇ ਸੀ ਕਿ ਅਸੀਂ ਫਰਾਂਸ ਦੇ ਪ੍ਰਤੀ ਵਫਾਦਾਰ ਰਹਾਂਗੇ, ਇਸ ਲਈ ਉਹਨਾਂ ਨੂੰ ਆਪਣੇ ਡਿਪਾਰਟਮੈਂਟ ਦੀ ਹਰ ਸਾਲ ਰਿਪੋਰਟ ਦੇਣ ਦੇ ਲਈ ਵੀ ਕਿਹਾ ਗਿਆ ਕਿ ਤੁਸੀਂ ਦੱਸੋਗੇ ਕਿ ਮੈਂ ਆਪਣੇ ਵਿਭਾਗ ਦਾ ਕੰਮ ਲੋਕ ਭਲਾਈ ਦੇ ਲਈ ਕਿੱਦਾਂ ਕੀਤਾ। ਔਰ ਜਿਹੜੇ ਕਾਨੂੰਨ ਬਣਾਉਣੇ ਸੀ ਉਹ 83 ਪ੍ਰਾਂਤਾਂ ਵਿੱਚੋਂ ਕਿਹਾ ਗਿਆ ਕਿ 745 ਬੰਦੇ ਚੁਣੇ ਜਾਣਗੇ, ਔਰ ਇਹ 745 ਵਿਧਾਨ ਸਭਾ ਬਣਾਉਣਗੇ, ਔਰ ਉਹਨਾਂ ਦੀ ਨਿਯੁਕਤੀ 2 ਸਾਲ ਲਈ ਕੀਤੀ ਗਈ। 2 ਸਾਲ ਬੀਤਣ ਤੋਂ ਪਹਿਲਾਂ ਇਸ ਸਭਾ ਨੂੰ ਭੰਗ ਨਹੀਂ ਸੀ ਕੀਤਾ ਜਾ ਸਕਦਾ ਵੀ ਜਿਵੇਂ ਰਾਜਾ ਕਹੇ ਜੀ ਮੈਂ ਤਾਂ ਕੱਲ੍ਹ ਨੂੰ ਹੀ ਡਿਸਮਿਸ ਕਰ ਦਿੱਤਾ, ਬਣਾ ਲਈ ਚਾਹੇ। तो उस तो बाद इन्हां दी चोण फ्रांस के लोगों ने करनी सी, और जिहदे लई कहा गया कि 25 साल की उम्र तक का बाद कोई भी व्यक्ति ये चोण नूं लड़ सकता है, और सरकार नूं 3 दिनां की तनख्वाह के समान उन्हां नूं कर भी देना पैंदा सी, मतलब कि जिहड़ा टैक्स दिंदा सीगा, और 25 साल तो बाद उम्र सी उही इस इलैक्शन प्रोसैस पार्टिसिपेट कर सकता सीगा। और मत देने वाले की गिनती हालांकि घट सी, पर फिर भी फ्रांस की 2 करोड़ 60 लाख की जनसंख्या विचों लगभग 43 लाख लोग वोट पाने का अधिकार इस दे राही लै गए। हालांकि ये गिनती बहुत घट सी, पर इसकी असीं कह सकते हैं कि एक शुरुआत जिहड़ी है वो की गई। इस तरीके दे नाल फ्रांस दे विच बेटा न्यायपालिका स्थापित की गई, और पैरिस दे विच जिहड़ी है सुप्रीम कोर्ट एस्टैबलिश की गई। नैशनल हाई कोर्ट जिहड़ी है वो 1791 10 मई नूं कायम की गई, और फ्रांस दे विच इस तरीके का नवा संविधान जिहड़ा बन के सामने आया। पर जाते जाते असीं लास्ट विच इत्थे गल खत्म करांगे, और कल इत्थों शुरू करांगे कि 1791 जान लगे उन्होंने जदों इलैक्शनस डिकलेयर की तो राष्ट्रीय सभा ने कहा कि उस तो बाद एक नैशनल कन्वेंशन बनेगी अगली सरकार, और ਉਹਦੇ ਵਿੱਚ ਉੱਥੋਂ ਦੇ ਅਸੀਂ ਡਿਟੇਲ ਚ ਪੜਾਂਗੇ ਕਿੱਦਾਂ ਪ੍ਰੋਸੈਸ ਸਟਾਰਟ ਹੋਇਆ, ਕਿੱਥੇ ਤੱਕ ਵਧਿਆ, ਕਿ ਜਿਹੜੇ ਪੁਰਾਣਾ ਮੌਜੂਦਾ ਲੋਕ ਨੇ ਉਸ ਇਲੈਕਸ਼ਨ ਚ ਪਾਰਟਿਸਿਪੇਟ ਨਹੀਂ ਕਰਦੇ, यानी असी पदवियां नहीं लवांगे, द न्यू टीम विल कम। इट वॉज ए वेरी गुड स्टैप, बट ये हानिकारक भी साबित होया, क्योंकि जोड़े नवे लोग आए उन्होंने को तजुर्बा नहीं सी। तो ये सारे एपीसोड में असीं देखांगे किद्दां होया, और जिहदे नाल साडी फ्रांसीसी क्रांति जिहड़ी है वो कंप्लीट हो जाएगी, नाल ही असीं उसदे प्रभाव देखांगे। ठीक है, तो अज असीं इसनूं घटाएंगे। ठीक है, बाकी करते हैं। राइट, थैंक यू।